प्यारे साथियों, ਅੱਜ ਅਸੀਂ डॉक्टर दलीप कौर टिवाणा जी की एक होर कहानी पढ़ांगे जो है जिसका नाम है कच्चा धागा। इस तो पहला भी ਅਸੀਂ डॉक्टर दलीप कौर टिवाणा जी ਦੀਆਂ कहानियां पढ़ चुके हैं कुछ ਕੁ, ਤਾਂ ਉਹਨਾਂ ਦੀਆਂ ਵੀਡੀਓਜ਼ ਜਿਹੜੀਆਂ ਚੈਨਲ ਤੇ ਅਪਲੋਡਡ ਨੇ ਤੁਸੀਂ ਸੁਣ ਲੈਣਾ ਜਦੋਂ ਵੀ ਤੁਹਾਡਾ ਸਮਾਂ ਲੱਗਦਾ ਹੈ। ਤਾਂ ਦੇਖੋ ਵੀ ਆਪਾਂ ਸਾਰੇ ਪੇਪਰ ਦੀ ਮੁਕਾਬਲੇ ਦੀ ਪ੍ਰੀਖਿਆ ਦੀ ਤਿਆਰੀ ਕਰ ਰਹੇ ਹਾਂ, ਠੀਕ ਹੈ ਜੀ। ਤੇ ਤਿਆਰੀ ਦੇ ਦੌਰਾਨ ਕੀ ਹੁੰਦਾ ਹੈ, ਸਾਡੀ ਤਿਆਰੀ ਦੇ ਵਿੱਚ ਨਿਰੰਤਰਤਾ ਜ਼ਰੂਰੀ ਆ, ਤੇ ਨਿਰੰਤਰਤਾ ਲਈ ਜ਼ਰੂਰੀ ਆ ਕਿ ਸਾਡੀ ਰੁਚੀ ਬਣੀ ਰਹੇ। ਤੇ ਰੁਚੀ ਲਈ ਤੇ ਸਾਡੀ ਰੁਚੀ ਜਦੋਂ ਫਿਰ ਵਿੱਚੋਂ ਭੰਗ ਹੋ ਜਾਂਦੀ ਆ ਉਦੋਂ ਪ੍ਰੋਬਲਮ ਖੜੀ ਹੁੰਦੀ ਆ। ਤੇ ਭੰਗ ਕੌਣ ਕਰਦੀਆਂ? ਸਾਡੀਆਂ ਨਿਕੰਮੀਆਂ ਸਰਕਾਰਾਂ, ਠੀਕ ਹੈ। ਕਦੇ ਸਾਨੂੰ ਪੇਪਰ ਲਈ ਲਟਕਾਉਂਦੀਆਂ ਨੇ, ਕਦੇ ਰਿਜ਼ਲਟ ਲਈ ਲਟਕਾਉਂਦੀਆਂ ਨੇ, ਤੇ ਕਦੀ ਭਰਤੀ ਲਈ ਲਟਕਾਉਂਦੀਆਂ ਨੇ। ਤਾਂ ਇਸ ਸਾਰੇ ਕੰਡੀਸ਼ਨ ਦੇ ਇਹ ਚਲੋ ਸਾਰਾ ਕੁਝ ਚੱਲਦਾ ਹੀ ਰਹਿੰਦਾ ਹੈ। ਇਸ ਸਾਰੀਆਂ ਸਥਿਤੀਆਂ ਦੇ ਵਿੱਚ ਸਾਨੂੰ ਆਪਣੀ ਪੜ੍ਹਾਈ ਦੀ ਰੁਚੀ ਬਣਾਉਣ ਦੇ ਲਈ ਅਜਿਹੀਆਂ ਕਹਾਣੀਆਂ ਨੂੰ ਸੁਣਨਾ ਚਾਹੀਦਾ ਹੈ, ਪੜ੍ਹਨਾ ਚਾਹੀਦਾ ਹੈ, ਕਵਿਤਾਵਾਂ ਜਾਂ ਕੁਛ ਵੀ ਆ, ਨਾਵਲ ਵਗੈਰਾ, ਨਾਟਕ, ਸਾਰਾ ਕੁਛ, ਠੀਕ ਹੈ ਜੀ। ਇਹਨਾਂ ਨੂੰ ਪੜ੍ਹਦੇ ਰਹਿਣਾ ਚਾਹੀਦਾ ਹੈ, ਇਸ ਦੇ ਨਾਲ ਸਾਡੀ ਰੁਚੀ ਵੀ ਬਣੀ ਰਹਿੰਦੀ ਆ, ਅਤੇ ਸਾਡੀ ਨਿਰੰਤਰਤਾ ਵੀ ਬਣੀ ਰਹਿੰਦੀ ਆ, ਅਤੇ ਨਾਲੇ ਸਾਡੀਆਂ ਚਿੰਤਾਵਾਂ ਵੀ ਦੂਰ ਹੁੰਦੀਆਂ, ਸਾਡਾ ਮਾਨਸਿਕ ਸੰਤੁਲਨ ਜਿਹੜਾ ਉਹ ਬਣਿਆ ਰਹਿੰਦਾ ਹੈ, ਠੀਕ ਹੈ ਜੀ। ਕਰਦੇ ਹਾਂ ਜੀ ਕੱਚਾ ਧਾਗਾ। ਕੀ ਗੱਲ ਹੈ, ਮੋਹਨ ਦੀ ਮਾਂ ਤੇ ਪਤਨੀ ਨੂੰ ਆਇਆ ਦੇਖ ਕੇ ਉਹ ਤੈਸ਼ ਨਾਲ ਬੋਲੀ, ਅਸੀਂ ਮੋਹਨ ਨੂੰ ਮਿਲਣਾ ਹੈ। ਮੋਹਨ ਦੀ ਮਾਂ ਤਿਉੜੀਆਂ ਪਾ ਕੇ ਬੋਲੀ, ਉਹ ਨਹੀਂ ਮਿਲ ਸਕਦਾ। ਬਲਜੀਤ ਨੇ ਉਸੇ ਸਖਤ ਲਹਿਜੇ ਵਿੱਚ ਜਵਾਬ ਦਿੱਤਾ, ਕਿਉਂ ਨਹੀਂ ਮਿਲ ਸਕਦਾ? ਮੇਰਾ ਉਹ ਪੁੱਤ ਹੈ, ਮੇਰਾ ਉਸ 'ਤੇ ਹੱਕ ਹੈ। ਤੂੰ ਕੌਣ ਹੁੰਦੀ ਹੈ ਨਾ ਮਿਲਣ ਦੇਣ ਵਾਲੀ? ਸਭ ਹੱਕ ਉਹਦੀ ਜ਼ਿੰਦਗੀ ਖਰਾਬ ਕਰ ਲਈ ਹਨ। ਇਹ ਸਾਡਾ ਜ਼ਾਤੀ ਮਾਮਲਾ ਹੈ, ਤੂੰ ਕੌਣ ਹੁੰਦੀ ਹੈ ਦਖਲ ਦੇਣ ਵਾਲੀ? ਇਹ ਗੱਲ ਹੈ ਤਾਂ ਫਿਰ ਇਹ ਮੇਰਾ ਆਪਣਾ ਘਰ ਹੈ, ਤੁਸੀਂ ਕੌਣ ਹੁੰਦੀਆਂ ਹੋ ਇੱਥੇ ਆਉਣ ਵਾਲੀਆਂ? ਬਲਜੀਤ ਨੇ ਸਖਤ ਲਹਿਜੇ ਵਿੱਚ ਆਖਿਆ। ਉਲਟਾ ਚੋਰ ਕੋਤਵਾਲ ਕੋ ਡਾਂਟੇ, ਇੱਕ ਤਾਂ ਮੇਰੇ ਮੁੰਡੇ ਨੂੰ ਰੱਖ ਛੱਡਿਆ ਹੈ, ਉੱਤੋਂ ਅੱਖਾਂ ਦਿਖਾਉਂਦੀ ਹੈ। ਮੁੰਡਾ ਤੇਰਾ ਕੋਈ ਕੁੱਤਾ ਬਿੱਲੀ ਨਹੀਂ ਜੋ ਮੈਂ ਰੱਸੀ ਨਾਲ ਬੰਨ੍ਹ ਛੱਡਿਆ ਹੈ, ਉਹ ਆਪਣੀ ਮਰਜ਼ੀ ਨਾਲ ਇੱਥੇ ਆਇਆ ਹੈ, ਤੁਹਾਡਾ ਦੁਖੀ ਕੀਤਾ ਇੱਥੇ ਆਇਆ ਹੈ। ਕਿਸੇ ਦੇ ਪਤੀ ਨੂੰ ਇਉਂ ਸਾਂਭ ਲੈਣਾ ਕੋਈ ਸ਼ਰਾਫਤ ਹੈ? ਮੋਹਨ ਦੀ ਪਤਨੀ ਨਫ਼ਰਤ ਨਾਲ ਬੋਲੀ। ਕਿਸੇ ਦਾ ਕਿਹਦਾ? ਢਿੰਦੋ ਜੋਰੀ 4 ਗੇੜੇ ਕਢਾ ਲੈਣ ਨਾਲ ਕੀ ਉਹ ਤੇਰਾ ਹੋ ਗਿਆ? ਤੇ ਵਰਿਆਂ ਤੋਂ ਜਿਹੜੀ ਉਸਨੂੰ ਇਸ਼ਟ ਇਮਾਨ ਮੰਨਦੀ ਆ ਰਹੀ, ਉਹਦਾ ਕੁਝ ਨਹੀਂ? ਜਿਹਨੂੰ ਉਹ ਪਿਆਰ ਕਰਦਾ ਹੈ ਉਹਦਾ ਤੇ ਕੁਝ ਨਹੀਂ, ਸਗੋਂ ਇੱਕ ਦਿਨ ਰੌਲਾ ਰੱਪਾ ਜਿਹਾ ਪਾ ਕੇ ਪੰਡਿਤ ਨੇ ਜੋ ਆਖ ਦਿੱਤਾ ਤੇ ਤੇਰਾ ਹੋ ਗਿਆ। ਦੱਸ ਤਾਂ ਕਿਹੜੇ ਰੱਬ ਨੇ ਪੱਟਾ ਲਿਖਾ ਕੇ ਭੇਜਿਆ ਆ ਕਿ ਉਹ ਤੇਰਾ ਹੈ? ਇਹ ਸਭ ਤੁਹਾਡੇ ਵਰਗੇ ਲੋਕਾਂ ਦੇ ਢੋਂਗ ਹੀ ਰਚੇ ਹੋਏ ਨੇ ਤਾਂ ਜੋ ਕਬਜ਼ਾ ਪੱਕਾ ਹੋ ਜਾਵੇ। ਬਲਜੀਤ ਜੋਸ਼ ਵਿੱਚ ਆ ਕੇ ਕਿੰਨਾ ਕੁਝ ਆਖ ਗਈ। ਤੇਰੇ ਵਰਗੀ ਬੇਹਿਆ ਕੁੜੀ ਤਾਂ ਮੈਂ ਜ਼ਿੰਦਗੀ ਵਿੱਚ ਨਹੀਂ ਦੇਖੀ, ਜਿਸ ਨੂੰ ਨਾ ਲੋਕ ਲਾਜ ਦਾ ਡਰ ਤੇ ਨਾ ਧਰਮ ਦੀ ਪਰਵਾਹ ਹੈ। ਮੋਹਨ ਦੀ ਮਾਂ ਖਿੱਝ ਕੇ ਬੋਲੀ, ਮੈਂ ਬੇਹਿਆ ਹੀ ਸਹੀ, ਪਰ ਹਿਆ ਵਾਲੀ ਰਹਿ ਸਾਰੀ ਜ਼ਿੰਦਗੀ ਜੇ ਤੜਪ ਕੇ ਵਿਲਕ ਕੇ ਗੁਜ਼ਾਰਦੀ ਤਾਂ ਲੋਕ ਮੈਨੂੰ ਤਗਮਾ ਦੇ ਦੇਣਗੇ। ਤੁਸੀਂ ਲੋਕ ਮੇਰੀ ਕੁਰਬਾਨੀ ਦਾ ਪੱਟਾ ਲਿਖ ਦਿਓਗੇ। ਇਸ ਤਰ੍ਹਾਂ ਤਾਂ ਕੋਈ ਬਾਜ਼ਾਰੀ ਔਰਤ ਵੀ ਨਹੀਂ ਕਰਦੀ। ਮਾਨ ਮਰਿਆਦਾ ਵੀ ਤਾਂ ਕੋਈ ਚੀਜ਼ ਹੁੰਦੀ ਹੈ। ਮੋਹਨ ਦੀ ਮਾਂ ਗਿਲਾਨੀ ਨਾਲ ਬੋਲੀ। ਹਾਂ, ਜੇ ਮੈਂ ਆਪਣੀ ਆਤਮਾ ਦੀ ਆਵਾਜ਼ ਭੁੱਲ ਜਿਹਦੇ ਹੱਥ ਰੱਸਾ ਫੜਾਇਆ ਜਾਵਾਂ, ਉਸਦੇ ਪਿੱਛੇ ਤੁਰ ਜਾਵਾਂ, ਰੋਟੀ ਕੱਪੜੇ ਦੀ ਜ਼ਿੰਮੇਵਾਰੀ ਲੈਣ ਵਾਲੇ ਨੂੰ ਖੁਸ਼ ਕਰਨ ਲਈ ਆਪਣਾ ਆਪ ਸੌਂਪ ਦੇਵਾਂ, ਤਾਂ ਉਹ ਮਾਨ ਮਰਿਆਦਾ ਦੀ ਗੱਲ ਹੋਵੇਗੀ। ਚੁੱਪ-ਚਾਪ ਅਣਜਾਣੇ ਅਣਚਾਹੇ ਮਰਦ ਦੀਆਂ ਭੁੱਖਾਂ ਦਾ ਸ਼ਿਕਾਰ ਬਣ ਬੱਚੇ ਜੰਮੀ ਜਾਣਾ ਹੀ ਤਾਂ ਮਾਨ ਮਰਿਆਦਾ ਹੈ। ਪਰ ਜਿਹੜਾ ਸਦੀਵੀ ਸਾਂਝਾ ਵਾਲਾ ਹੈ, ਉਹਦੇ ਨਾਲ 2 ਪਲ ਬੈਠਣਾ ਵੀ ਤੁਹਾਨੂੰ ਗੁਨਾਹ ਲੱਗਦਾ ਹੈ? ਅਜਿਹਾ ਕਰਨ ਵਾਲੀ ਕੁੜੀ ਬਾਜ਼ਾਰੀ ਲੱਗਦੀ ਹੈ? ਪਰ ਮੈਂ ਪੁੱਛਦੀ ਹਾਂ, ਬਾਜ਼ਾਰੀ ਮੈਂ ਹਾਂ ਜਾਂ ਤੁਹਾਡਾ ਦ੍ਰਿਸ਼ਟੀਕੋਣ ਬਾਜ਼ਾਰੀ ਹੈ ਜੋ ਜ਼ਿੰਦਗੀ ਨੂੰ ਪੈਸਿਆਂ ਨਾਲ ਤੋਲਦਾ ਹੈ? ਬਲਜੀਤ ਕਾਲੀ ਵਿੱਚ ਕਿੰਨਾ ਕੁਝ ਆਖ ਗਈ। ਬਾਲੀ ਜ਼ੁਬਾਨ ਨਾ ਮਾਰ, ਮੇਰਾ ਪਤੀ ਮੇਰੇ ਹਵਾਲੇ ਕਰ ਦੇ, ਨਹੀਂ ਤਾਂ ਕੀ? ਫਿਰ ਆਪਣੇ ਪਿਓ ਦੇ ਪੈਸੇ ਦੇ ਸਿਰ 'ਤੇ ਉਹਨੂੰ ਮੇਰੇ ਕੋਲੋਂ ਖੋਹ ਲੈਂਗੀ? ਪਰ ਮੈਂ ਵੀ ਰੋ ਕੇ ਚੁੱਪ ਕਰ ਜਾਣ ਵਾਲੀ ਨਹੀਂ ਹਾਂ। ਸ਼ਰਮ ਨਹੀਂ ਆਉਂਦੀ? ਉਹ ਆਖਦਿਆ ਬੇਹਿਆ। ਮੋਹਨ ਦੀ ਮਾਂ ਵਿੱਚੋਂ ਗੱਲ ਟੋਕ ਕੇ ਬੋਲੀ, ਬੇਸ਼ਰਮ ਬਣਨ ਲਈ ਤੂੰ ਹੀ ਮਜਬੂਰ ਕੀਤਾ ਹੈ ਕਿ ਤੈਨੂੰ ਪਤਾ ਨਹੀਂ ਸੀ ਕਿ ਉਹ ਮੇਰੇ ਨਾਲ ਵਿਆਹ ਕਰਨਾ ਚਾਹੁੰਦਾ ਹੈ? ਫਿਰ ਮੇਰੇ ਬਾਹਰ ਗਿਆ, ਵਿਆਹ ਕਿਉਂ ਕਰਨ ਦੀ ਕੀਤੀ? ਉਹਨੂੰ ਵਿਆਹ ਲਈ ਮਜਬੂਰ ਕਰਨ ਵੇਲੇ ਮਰਨ ਦੀ ਧਮਕੀ ਦਿੰਦਿਆਂ ਤੈਨੂੰ ਸ਼ਰਮ ਨਾ ਆਈ? ਬਲਜੀਤ ਤੋਂ ਆਪਣਾ ਰੋਸ ਸੰਭਾਲਿਆ ਨਹੀਂ ਸੀ ਜਾਂਦਾ। ਉਹ ਮੇਰਾ ਪੁੱਤਰ ਹੈ, ਜੋ ਮਰਜ਼ੀ ਕਰਦੀ, ਤੈਨੂੰ ਕੀ? ਹਾਂ, ਪੁੱਤਰ ਹੈ, ਇਸੇ ਕਰਕੇ ਉਹਦੇ ਦਿਲ ਨੂੰ ਦਿਖਾਇਆ। ਪੁੱਤਰ ਹੈ, ਇਸੇ ਕਰਕੇ ਸ਼ਰਾਬ ਦੇ ਪਾਸੇ ਧਕੇਲ ਦਿੱਤਾ। ਪੁੱਤਰ ਹੈ, ਤਦ ਹੀ ਲੜ ਘਰੋਂ ਨਿਕਲ ਜਾਣ ਲਈ ਮਜਬੂਰ ਕੀਤਾ। ਤੈਨੂੰ ਇਸ ਨਾਲ ਕੀ? ਜੇ ਮੈਨੂੰ ਇਸ ਨਾਲ ਕੁਝ ਨਹੀਂ ਤਾਂ ਮੇਰੇ ਘਰ ਕਿਉਂ ਆਈਆਂ ਹੋ? ਮੈਂ ਆਪਣੇ ਪਤੀ ਨੂੰ ਲੈਣ ਆਈ ਹਾਂ। ਭਲੀ ਮਾਨਸੀ ਨਾਲ ਤੋਰ ਦੇ, ਨਹੀਂ ਤਾਂ ਕੀ ਪੁਲਿਸ ਨੂੰ ਲੈ ਆਵੇਂਗੀ? ਜਾਂ ਲੈ ਆ, ਮੈਂ ਆਖ ਦਿਆਂਗੀ ਮੇਰਾ ਦੋਸਤ ਹੈ, ਮੇਰੇ ਕੋਲ ਠਹਿਰਿਆ ਹੋਇਆ ਹੈ। ਕਾਨੂੰਨੀ ਤੌਰ 'ਤੇ ਜੇ ਇਹਦੇ ਨਾਲ ਵਿਆਹ ਨਹੀਂ ਕਰ ਸਕਦੀ ਤਾਂ ਨਾ ਸਹੀ, ਉਂਝ ਤਾਂ ਉਹ ਮੇਰਾ ਹੈ ਸਾਰੇ ਦਾ ਸਾਰਾ। ਤੂੰ ਤਾਂ ਕੀ ਖੁਦਾ ਵੀ ਹੁਣ ਇੱਥੋਂ ਨਹੀਂ ਲੈ ਜਾ ਸਕਦਾ? ਬਲਜੀਤ ਨੇ ਡਟ ਕੇ ਆਖਿਆ। ਮੈਂ ਲੋਕਾਂ ਨੂੰ ਇਕੱਠੇ ਕਰ ਲਿਆਉਂ, ਦੇਖੀ ਫਿਰ ਜਦ ਤੇਰੇ ਸਿਰ ਖੇ ਪਾਉਣਗੇ।
ਮੋਹਨ ਦੀ ਮਾਂ ਤਿਊੜੀਆਂ ਪਾ ਕੇ ਬੋਲੀ, ਮੈਂ ਲੋਕਾਂ ਦਾ ਦਿੱਤਾ ਨਹੀਂ ਖਾਂਦੀ, ਜੋ ਡਰ ਜਾਵਾਂਗੀ, ਵੱਧ ਤੋਂ ਵੱਧ ਨੌਕਰੀ ਹੀ ਛੁੱਟ ਜਾਵੇਗੀ, ਪਰ ਡਾਕਟਰਾਂ ਨੂੰ ਕਮਾਈ ਦਾ ਘਾਟਾ ਨਹੀਂ ਹੁੰਦਾ। ਲੋਕਾਂ ਦਾ ਕੀ ਹੈ, ਜਦੋਂ ਮੈਂ ਪਰਵਾਹ ਨਹੀਂ ਕਰਾਂਗੀ ਆਪੇ 4 ਦਿਨ ਬਕਵਾਸ ਕਰਕੇ ਹਟ ਜਾਣਗੇ। ਪਰ ਇਸ ਨਿਰਦੋਸ਼ ਨੇ ਤੇਰਾ ਕੀ ਵਿਗਾੜਿਆ ਹੈ, ਇਸ ਬਗਾਨੀ ਧੀ ਦਾ ਕੀ ਬਣੂ? ਮੋਹਨ ਦੀ ਮਾਂ ਆਪਣੀ ਨੌਂ ਵਾਲੇ ਇਸ਼ਾਰਾ ਕਰਕੇ ਬੋਲੀ। ਜਦੋਂ ਵਿਆਹ ਕਰਨ ਲੱਗੀ ਸੀ ਉਦੋਂ ਕਿਉਂ ਨਾ ਸੋਚਿਆ ਕਿ ਮੇਰਾ ਕੀ ਬਣੇਗਾ? ਮੈਂ ਵੀ ਤਾਂ ਇਸ ਵਾਂਗੂ ਕਿਸੇ ਦੀ ਧੀ ਹਾਂ। ਇਸ ਲਈ ਸੱਦ ਪੁੱਛ ਕੇ ਕਿ ਇਹ ਅਮੀਰ ਪਿਓ ਦੀ ਧੀ ਹੈ। ਮੈਂ ਤਾਂ ਚਾਹੁੰਦੀ ਹਾਂ ਇਹ ਦੁਖੀ ਹੋਵੇ, ਚੀਖੇ ਚਲਾਵੇ, ਤਾਂ ਜੋ ਅਮੀਰਾਂ ਨੂੰ ਪਤਾ ਲੱਗੇ ਕਿ ਉਹ ਪੈਸੇ ਨਾਲ ਗਰੀਬਾਂ ਦਾ ਸਭ ਕੁਝ ਨਹੀਂ ਖੋ ਸਕਦੇ। ਬਲਜੀਤ ਨੇ ਕਾਟਵੀਂ ਆਵਾਜ਼ ਵਿੱਚ ਆਖਿਆ। ਜਰਾ ਤਾਂ ਸੋਚ ਦੁਨੀਆ ਕੀ ਕਹੇਗੀ। ਨਿਰਾ ਬੋਲ ਕੇ ਤਾਂ ਸਿਆਣੇ ਨਹੀਂ ਬਣ ਜਾਈਦਾ ਹੁੰਦਾ। ਮੋਹਨ ਦੀ ਮਾਂ ਬੋਲੀ। ਦੁਨੀਆ ਡਰਦਿਆਂ ਨੂੰ ਡਰਾਉਂਦੀ ਹੈ, ਜਿਹੜਾ ਚੁੱਪ ਕਰ ਰਹੇ ਉਹਦਾ ਸਭ ਕੁਝ ਖੋਹ ਲੈਂਦੀ ਹੈ। ਪਤਾ ਨਹੀਂ ਕਿੰਨੀਆਂ ਕੁ ਗਰੀਬਣੀਆਂ ਸਿਸਕਦੀਆਂ ਮਰ ਗਈਆਂ। ਦੁਨੀਆ ਨੇ ਕੀ ਉਹਨਾਂ ਨੂੰ ਜਗੀਰਾਂ ਬਖਸ਼ ਦਿੱਤੀਆਂ ਜੋ ਮੈਨੂੰ ਨਹੀਂ ਦੇਵੇਗੀ? ਬਲਜੀਤ ਨੇ ਰੋਹ ਨਾਲ ਆਖਿਆ। ਰੱਬ ਦਾ ਖੌਫ ਕਰ, ਤੂੰ ਨਾ ਕਿਸੇ ਨੂੰ ਤਪਾ। ਮੋਹਨ ਦੀ ਮਾਂ ਬੋਲੀ। ਰੱਬ ਦਾ ਤੂੰ ਖੌਫ ਕੀਤਾ ਸੀ ਜਦੋਂ ਸਾਡੇ ਘਰ ਤੂੰ ਅੱਗ ਲਗਵਾ ਦਿੱਤੀ ਸੀ, ਜਦੋਂ ਮੇਰੇ ਪਿਓ ਨੂੰ ਬਦਮਾਸ਼ਾਂ ਤੋਂ ਕਟਵਾਇਆ ਸੀ, ਤੇ ਜਦੋਂ ਖੇਤਾਂ ਵਿੱਚੋਂ ਹੀ ਰਾਤੋਂ ਰਾਤ ਸਾਡੇ ਦਾਣੇ ਢਵਾ ਕੇ ਆਪਣੇ ਅੰਦਰ ਸੁਟਵਾ ਲਏ ਸੀ। ਇਸ ਕਰਕੇ ਕਿ ਪਿੰਡ ਵਿੱਚ ਤੁਹਾਡੀ ਚੌਧਰ ਸੀ, ਇਸ ਕਰਕੇ ਕਿ ਤੇਰੇ ਪੁੱਤਰ ਨੂੰ ਮੈਂ ਚੰਗੀ ਲੱਗਦੀ ਸਾਂ, ਤੇ ਗਰੀਬ ਪਿਓ ਦੀ ਧੀ ਹੋਣ ਕਰਕੇ ਤੈਨੂੰ ਇਹ ਚੰਗਾ ਨਹੀਂ ਸੀ ਲੱਗਦਾ। ਅੱਜ ਤੂੰ ਮੇਰੇ ਸ਼ਹਿਰ ਮੇਰੇ ਘਰ ਆਈ ਹੋਈ ਹੈ, ਜੇ 2 ਥੱਪੜ ਜੜਦਿਆਂ ਮਜ਼ਾ ਆ ਜਾਏ ਨਾ, ਪਰ ਨਹੀਂ, ਮੈਂ ਤੇਰੇ ਜਿੰਨੀ ਕਮੀਨੀ ਨਹੀਂ। ਫਿਰ ਵੀ ਤੂੰ ਉਸੇ ਦੀ ਮਾਂ ਹੈ ਜਿਸ ਨੂੰ ਮੈਂ ਚਾਹਿਆ ਹੈ। ਧੀਏ ਐਡਾ ਹਰਖ ਨਾ ਕਰ, ਮੈਂ ਤੇਰੀ ਮਾਵਾਂ ਵਰਗੀ ਹਾਂ। ਦੇਖ ਤੇਰੀ ਪੈਰੀ ਝੋਨਾ ਧਰਦੀ ਹਾਂ, ਦੇਖ ਮੇਰੇ ਧੌਲਿਆਂ ਦੀ ਲਾਜ ਰੱਖ ਲੈ। ਮੋਹਨ ਦੀ ਮਾਂ ਗਿੜਗੜਾ ਕੇ ਬੋਲੀ। ਮੈਂ ਇਹ ਸਭ ਪਖੰਡ ਸਮਝਦੀ ਹਾਂ। ਮੈਨੂੰ ਬਰਬਾਦ ਕਰਦਿਆਂ ਤੂੰ ਜਰਾ ਵੀ ਸੋਚਿਆ ਸੀ ਕਿ ਮੇਰਾ ਕੀ ਬਣੇਗਾ? ਉਹਦੀ ਪਰਵਾਹ ਕੀਤੀ ਸੀ ਜਿਸਨੇ ਤੇਰੇ ਪੈਰਾਂ 'ਤੇ ਡਿੱਗ ਕੇ ਆਖਿਆ ਸੀ ਕਿ ਮਾਂ ਭਾਵੇਂ ਜਾਨੋਂ ਮਾਰ ਦੇ ਪਰ ਹੋਰ ਥਾਂ ਵਿਆਹ ਨਾ ਕਰ। ਉਦੋਂ ਤਾਂ ਆਖਰੀ ਸੀ ਕਿ ਮੇਰੇ ਆਖੇ ਵਿਆਹ ਕਰ ਲੈ, ਨਹੀਂ ਤਾਂ ਮੈਂ ਖੂਹ ਵਿੱਚ ਛਾਲ ਮਾਰ ਦੇਵਾਂਗੀ। ਹੁਣ ਵੀ ਉਹੀ ਹੈ ਨਾ, ਜਾਂ ਚਲੀ ਜਾ ਇੱਥੋਂ, ਵਾਧੂ ਮੈਨੂੰ ਹਰਖ ਨਾ ਚੜਾ। ਬਲਜੀਤ ਰੋਹ ਨਾਲ ਬੋਲੀ। ਇੰਨੇ ਨੂੰ ਮੋਹਨ ਦੀ ਪਤਨੀ ਨੇ ਉੱਠ ਕੇ ਉਹਦੇ ਪੈਰ ਫੜ ਲਏ ਤੇ ਆਖਣ ਲੱਗੀ, ਤੂੰ ਔਰਤ ਹੈ, ਔਰਤ ਦੇ ਦੁੱਖ ਨੂੰ ਸਮਝਦੀ ਹੈ। ਮੈਂ ਵੀ ਉਹਨਾਂ ਨੂੰ ਹੀ ਪਿਆਰ ਕਰਦੀ ਹਾਂ ਜਿਨ੍ਹਾਂ ਨੂੰ ਤੂੰ ਕਰਦੀ ਹੈ। ਤੂੰ ਦਿਲ ਵਾਲੀ ਕੁੜੀ ਹੈ, ਜ਼ਿੰਦਗੀ ਨਵੇਂ ਸਿਰਿਓਂ ਸ਼ੁਰੂ ਕਰ ਲਵੀਂ। ਕੁਆਰੀ ਹੈ, ਬਥੇਰੇ ਚੰਗੇ ਬੰਦੇ ਟੱਕਰ ਜਾਣਗੇ, ਪਰ ਮੈਂ ਤਾਂ ਹੁਣ ਕਿਸੇ ਪਾਸੇ ਜੋਗੀ ਵੀ ਨਹੀਂ। ਮੈਂ ਵਾਸਤਾ ਪਾਉਂਦੀ ਹਾਂ, ਮੇਰਾ ਪਤੀ ਮੈਨੂੰ ਮੋੜ ਦੇ। ਬਲਜੀਤ ਦੇ ਮੱਥੇ 'ਤੇ ਤਰੇਲੀ ਆ ਗਈ। ਉਹਨੇ ਮੋਹਨ ਦੀ ਪਤਨੀ ਦੀਆਂ ਭਰੀਆਂ ਅੱਖਾਂ ਵੱਲ ਤੱਕਿਆ ਤੇ ਫਿਰ ਜਿਵੇਂ ਉਸਨੇ ਉਸ ਤੋਂ ਖਲੋਤਾ ਨਾ ਗਿਆ, ਉਹ ਘਬਰਾ ਕੇ ਅੰਦਰ ਨੂੰ ਦੌੜ ਪਈ। ਦੂਰੋਂ ਬਗੀਚੀ ਵੱਲੋਂ ਮੋਹਨ ਆ ਰਿਹਾ ਸੀ। ਉਹ ਉਸਨੂੰ ਚੰਬੜ ਕੇ ਭੁੱਬਾਂ ਮਾਰ ਕੇ ਰੋ ਪਈ। ਕੀ ਗੱਲ ਹੈ ਬੱਲੀ? ਉਹ ਉਹਦੇ ਵਾਲ ਸੰਵਾਰਦਾ ਬੋਲਿਆ। ਉਹ ਤੁਹਾਨੂੰ ਲੈਣ ਆਈਆਂ ਨੇ, ਹੌਕਿਆਂ ਵਿੱਚੋਂ ਉਸਨੇ ਦੱਸਿਆ। ਨਹੀਂ, ਮੈਂ ਨਹੀਂ ਜਾਵਾਂਗਾ, ਤੂੰ ਡਰ ਨਾ, ਉਹ ਉਹਨੂੰ ਪਿਆਰ ਦਿੰਦਾ ਬੋਲਿਆ। ਪਿੱਛੇ ਹੀ ਮੋਹਨ ਦੀ ਮਾਂ ਤੇ ਪਤਨੀ ਵੀ ਆ ਗਈਆਂ। ਮੋਹਨ ਉਹਨਾਂ ਨੂੰ ਝਿੜਕ ਕੇ ਪਿਆ। ਮਾਂ ਤਾਂ ਚੁੱਪਚਾਪ ਕਰਕੇ ਖਲੋ ਗਈ। ਪਤਨੀ ਨੇ ਫਿਰ ਬਲਜੀਤ ਦੇ ਪੈਰ ਫੜ ਕੇ ਵਾਸਤਾ ਪਾਇਆ। ਬਲਜੀਤ ਝੁੰਝਲਾ ਕੇ ਅੰਦਰ ਚਲੀ ਗਈ। ਥੋੜੇ ਚਿਰ ਮਗਰੋਂ ਫਿਰ ਬਾਹਰ ਆ ਗਈ, ਜਿਵੇਂ ਕਿਧਰੇ ਵੀ ਉਸਨੂੰ ਚੈਨ ਨਾ ਆ ਰਹੀ ਹੋਵੇ। ਇੱਕ ਕੋਟ ਦੀ ਜੇਬ ਵਿੱਚ ਹੱਥ ਪਾਉਂਦਿਆਂ ਉਹਨੂੰ ਖਿਆਲ ਆਇਆ ਕਿ ਉਹ ਮੋਹਨ ਨੂੰ ਮਾਰ ਦੇਵੇ। ਜੇ ਉਹ ਉਹਦੇ ਕੋਲ ਨਹੀਂ ਰਹਿ ਸਕਦਾ ਤਾਂ ਕਿਸੇ ਹੋਰ ਕੋਲ ਵੀ ਨਾ ਕਿਉਂ ਰਹੇ। ਉਸਦੀਆਂ ਅੱਖਾਂ ਅੱਗੇ ਹਨੇਰਾ ਛਾਣ ਲੱਗਾ। ਮੋਹਨ ਤੋਂ ਰੋਂਦੀ ਪਤਨੀ ਦੇ ਵਾਸਤੇ ਤੇ ਮਾਂ ਦੇ ਹਾੜੇ ਤੱਕੇ ਨਾ ਗਏ। ਉਸਨੇ ਬਲਜੀਤ ਵੱਲ ਤੱਕਿਆ। ਬਲਜੀਤ ਦੇ ਨਕਸ਼ਾਂ 'ਤੇ ਜਿਵੇਂ ਇੱਕ ਪੀੜ ਪਸਰ ਗਈ। ਉਹਨੂੰ ਲੱਗਾ ਕਿ ਉਹ ਡੂੰਘੇ ਪਾਣੀਆਂ ਵਿੱਚ ਡੁੱਬਦੀ ਜਾਂਦੀ ਹੈ। ਇੱਕ ਹਾਰ ਉਹਦੇ ਚਿਹਰੇ 'ਤੇ ਬਿਖਰ ਗਈ। ਤੁਸੀਂ ਚਲੇ ਜਾਓ ਮੋਹਨ, ਆਖਰ ਤਾਂ ਤੁਸੀਂ ਇਹਨਾਂ ਦੇ ਹੀ ਹੋ। ਮੈਂ ਉਂਝ ਹੀ ਜਿੱਦ ਕੀਤੀ ਸੀ। ਅਜੇ ਤਾਂ ਸੰਸਕਾਰਾਂ ਦੀ ਪਕੜ ਬੜੀ ਮਜ਼ਬੂਤ ਹੈ, ਅਜੇ ਤਾਂ ਪ੍ਰੇਮ ਇੱਕ ਕੱਚਾ ਧਾਗਾ ਹੈ। ਬਲਜੀਤ ਜਿਵੇਂ ਸੁਪਨੇ ਵਿੱਚ ਬੋਲ ਰਹੀ ਹੋਵੇ। ਇੱਕ ਬਾਂਹ ਉਹਦੀ ਪਤਨੀ ਨੇ ਫੜ ਲਈ ਤੇ ਦੂਜੀ ਮਾਂ ਨੇ। ਸੰਸਕਾਰਾਂ ਦੀ ਇਸ ਮਜ਼ਬੂਤ ਪਕੜ ਵਿੱਚ ਕੱਸਿਆ ਵੀ ਉਹਦਾ ਦਿਲ ਆਪਣੇ ਪਿਆਰ ਦੇ ਟੁੱਟੇ ਧਾਗੇ ਵੱਲ ਉਛਾਲੇ ਖਾ ਰਿਹਾ ਸੀ। ਠੀਕ ਹੈ ਜੀ, ਇੰਨੀ ਕਹਾਣੀ ਸੀ ਸਾਡੀ। ਤਾਂ ਠੀਕ ਹੈ ਜੀ, ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਚੰਗਾ ਲੱਗੇ ਤਾਂ ਲਾਈਕ ਔਰ ਸ਼ੇਅਰ ਔਰ ਕਮੈਂਟ ਜ਼ਰੂਰ ਕਰਨਾ। ਪਿਆਰੇ ਸਾਥੀਓ, ਅੱਜ ਅਸੀਂ ਡਾਕਟਰ ਦਲੀਪ ਕੌਰ ਟਿਵਾਣਾ ਜੀ ਦੀ ਇੱਕ ਹੋਰ ਕਹਾਣੀ ਪੜ੍ਹਾਂਗੇ ਜਿਸ ਦਾ ਨਾਮ ਹੈ ਕੱਚਾ ਧਾਗਾ। ਇਸ ਤੋਂ ਪਹਿਲਾਂ ਵੀ ਅਸੀਂ ਡਾਕਟਰ ਦਲੀਪ ਕੌਰ ਟਿਵਾਣਾ ਜੀ ਦੀਆਂ ਕਹਾਣੀਆਂ ਪੜ੍ਹ ਚੁੱਕੇ ਹਾਂ ਕੁਝ ਕੁ, ਤਾਂ ਉਹਨਾਂ ਦੀਆਂ ਵੀਡੀਓਜ਼ ਜਿਹੜੀਆਂ ਚੈਨਲ 'ਤੇ ਅਪਲੋਡਡ ਨੇ, ਤੁਸੀਂ ਸੁਣ ਲੈਣਾ ਜਦੋਂ ਵੀ ਤੁਹਾਡਾ ਸਮਾਂ ਲੱਗਦਾ ਹੈ। ਤਾਂ ਦੇਖੋ ਵੀ ਆਪਾਂ ਸਾਰੇ ਪੇਪਰ ਦੀ ਮੁਕਾਬਲੇ ਦੀ ਪ੍ਰੀਖਿਆ ਦੀ ਤਿਆਰੀ ਕਰ ਰਹੇ ਹਾਂ। ਠੀਕ ਹੈ ਜੀ, ਅਤੇ ਤਿਆਰੀ ਦੇ ਦੌਰਾਨ ਕੀ ਹੁੰਦਾ ਆ, ਸਾਡੀ ਤਿਆਰੀ ਦੇ ਵਿੱਚ ਨਿਰੰਤਰਤਾ ਜ਼ਰੂਰੀ ਆ। ਅਤੇ ਨਿਰੰਤਰਤਾ ਲਈ ਜ਼ਰੂਰੀ ਆ ਕਿ ਸਾਡੀ ਰੁਚੀ ਬਣੀ ਰਹੇ। ਅਤੇ ਸਾਡੀ ਰੁਚੀ ਜਦੋਂ ਫਿਰ ਵਿੱਚੋਂ ਭੰਗ ਹੋ ਜਾਂਦੀ ਆ, ਉਦੋਂ ਪ੍ਰੋਬਲਮ ਖੜੀ ਹੁੰਦੀ ਆ। ਅਤੇ ਭੰਗ ਕੌਣ ਕਰਦੀਆਂ? ਸਾਡੀਆਂ ਨਿਕੰਮੀਆਂ ਸਰਕਾਰਾਂ। ਠੀਕ ਹੈ, ਕਦੇ ਸਾਨੂੰ ਪੇਪਰ ਲਈ ਲਟਕਾਉਂਦੀਆਂ ਨੇ, ਕਦੇ
ਰਿਜ਼ਲਟ ਲਈ ਲਟਕਾਉਂਦੀਆਂ ਨੇ ਤੇ ਕਦੀ ਭਰਤੀ ਲਈ ਲਟਕਾਉਂਦੀਆਂ ਨੇ। ਤਾਂ ਇਸ ਸਾਰੇ ਕੰਡੀਸ਼ਨ ਦੇ ਇਹ ਚਲੋ ਸਾਰਾ ਕੁਝ ਚੱਲਦਾ ਹੀ ਰਹਿੰਦਾ ਹੈ। ਇਸ ਸਾਰੀਆਂ ਸਥਿਤੀਆਂ ਦੇ ਵਿੱਚ ਸਾਨੂੰ ਆਪਣੀ ਪੜ੍ਹਾਈ ਦੀ ਰੁਚੀ ਬਣਾਉਣ ਦੇ ਲਈ ਅਜਿਹੀਆਂ ਕਹਾਣੀਆਂ ਨੂੰ ਸੁਣਨਾ ਚਾਹੀਦਾ ਹੈ, ਪੜ੍ਹਨਾ ਚਾਹੀਦਾ ਹੈ, ਕਵਿਤਾਵਾਂ ਜਾਂ ਕੁਝ ਵੀ ਆ, ਨਾਵਲ ਵਗੈਰਾ, ਨਾਟਕ, ਸਾਰਾ ਕੁਝ, ਠੀਕ ਹੈ ਜੀ। ਇਹਨਾਂ ਨੂੰ ਪੜ੍ਹਦੇ ਰਹਿਣਾ ਚਾਹੀਦਾ ਹੈ ਇਸ ਦੇ ਨਾਲ ਸਾਡੀ ਰੁਚੀ ਵੀ ਬਣੀ ਰਹਿੰਦੀ ਆ ਅਤੇ ਸਾਡੀ ਨਿਰੰਤਰਤਾ ਵੀ ਬਣੀ ਰਹਿੰਦੀ ਆ ਅਤੇ ਨਾਲੇ ਸਾਡੀਆਂ ਚਿੰਤਾਵਾਂ ਵੀ ਦੂਰ ਹੁੰਦੀਆਂ, ਸਾਡਾ ਮਾਨਸਿਕ ਸੰਤੁਲਨ ਜਿਹੜਾ ਉਹ ਬਣਿਆ ਰਹਿੰਦਾ ਹੈ। ਠੀਕ ਹੈ ਜੀ। ਕਰਦੇ ਹਾਂ ਜੀ ਕੱਚਾ ਧਾਗਾ। ਕੀ ਗੱਲ ਹੈ, ਮੋਹਨ ਦੀ ਮਾਂ ਤੇ ਪਤਨੀ ਨੂੰ ਆਇਆ ਦੇਖ ਕੇ ਉਹ ਤੈਸ਼ ਨਾਲ ਬੋਲੀ, ਅਸੀਂ ਮੋਹਨ ਨੂੰ ਮਿਲਣਾ ਹੈ। ਮੋਹਨ ਦੀ ਮਾਂ ਤਿਊੜੀਆਂ ਪਾ ਕੇ ਬੋਲੀ, ਉਹ ਨਹੀਂ ਮਿਲ ਸਕਦਾ। ਬਲਜੀਤ ਨੇ ਉਸੇ ਸਖਤ ਲਹਿਜੇ ਵਿੱਚ ਜਵਾਬ ਦਿੱਤਾ, ਕਿਉਂ ਨਹੀਂ ਮਿਲ ਸਕਦਾ? ਮੇਰਾ ਉਹ ਪੁੱਤ ਹੈ, ਮੇਰਾ ਉਸ 'ਤੇ ਹੱਕ ਹੈ। ਤੂੰ ਕੌਣ ਹੁੰਦੀ ਹੈ ਨਾ ਮਿਲਣ ਦੇਣ ਵਾਲੀ? ਸਭ ਹੱਕ ਉਹਦੀ ਜ਼ਿੰਦਗੀ ਖਰਾਬ ਕਰ ਲਈ ਹਨ। ਇਹ ਸਾਡਾ ਜ਼ਾਤੀ ਮਾਮਲਾ ਹੈ, ਤੂੰ ਕੌਣ ਹੁੰਦੀ ਹੈ ਦਖਲ ਦੇਣ ਵਾਲੀ? ਇਹ ਗੱਲ ਹੈ ਤਾਂ ਫਿਰ ਇਹ ਮੇਰਾ ਆਪਣਾ ਘਰ ਹੈ, ਤੁਸੀਂ ਕੌਣ ਹੁੰਦੀਆਂ ਹੋ ਇੱਥੇ ਆਉਣ ਵਾਲੀਆਂ? ਬਲਜੀਤ ਨੇ ਸਖਤ ਲਹਿਜੇ ਵਿੱਚ ਆਖਿਆ। ਉਲਟਾ ਚੋਰ ਕੋਤਵਾਲ ਕੋ ਡਾਂਟੇ, ਇੱਕ ਤਾਂ ਮੇਰੇ ਮੁੰਡੇ ਨੂੰ ਰੱਖ ਛੱਡਿਆ ਹੈ, ਉੱਤੋਂ ਅੱਖਾਂ ਦਿਖਾਉਂਦੀ ਹੈ। ਮੁੰਡਾ ਤੇਰਾ ਕੋਈ ਕੁੱਤਾ ਬਿੱਲੀ ਨਹੀਂ ਜੋ ਮੈਂ ਰੱਸੀ ਨਾਲ ਬੰਨ੍ਹ ਛੱਡਿਆ ਹੈ। ਉਹ ਆਪਣੀ ਮਰਜ਼ੀ ਨਾਲ ਇੱਥੇ ਆਇਆ ਹੈ, ਤੁਹਾਡਾ ਦੁਖੀ ਕੀਤਾ ਇੱਥੇ ਆਇਆ ਹੈ। ਕਿਸੇ ਦੇ ਪਤੀ ਨੂੰ ਇਉਂ ਸਾਂਭ ਲੈਣਾ ਕੋਈ ਸ਼ਰਾਫਤ ਹੈ? ਮੋਹਨ ਦੀ ਪਤਨੀ ਨਫ਼ਰਤ ਨਾਲ ਬੋਲੀ। ਕਿਸੇ ਦਾ ਕਿਹਦਾ? ਢਿੰਦੋ ਜੋਰੀ 4 ਗੇੜੇ ਕਢਾ ਲੈਣ ਨਾਲ ਕੀ ਉਹ ਤੇਰਾ ਹੋ ਗਿਆ? ਤੇ ਵਰਿਆਂ ਤੋਂ ਜਿਹੜੀ ਉਸਨੂੰ ਇਸ਼ਟ ਇਮਾਨ ਮੰਨਦੀ ਆ ਰਹੀ, ਉਹਦਾ ਕੁਝ ਨਹੀਂ? ਜਿਹਨੂੰ ਉਹ ਪਿਆਰ ਕਰਦਾ ਹੈ ਉਹਦਾ ਤੇ ਕੁਝ ਨਹੀਂ, ਸਗੋਂ ਇੱਕ ਦਿਨ ਰੌਲਾ ਰੱਪਾ ਜਿਹਾ ਪਾ ਕੇ ਪੰਡਿਤ ਨੇ ਜੋ ਆਖ ਦਿੱਤਾ ਤੇ ਤੇਰਾ ਹੋ ਗਿਆ। ਦੱਸ ਤਾਂ ਕਿਹੜੇ ਰੱਬ ਨੇ ਪੱਟਾ ਲਿਖਾ ਕੇ ਭੇਜਿਆ ਆ ਕਿ ਉਹ ਤੇਰਾ ਹੈ? ਇਹ ਸਭ ਤੁਹਾਡੇ ਵਰਗੇ ਲੋਕਾਂ ਦੇ ਢੋਂਗ ਹੀ ਰਚੇ ਹੋਏ ਨੇ ਤਾਂ ਜੋ ਕਬਜ਼ਾ ਪੱਕਾ ਹੋ ਜਾਵੇ। ਬਲਜੀਤ ਜੋਸ਼ ਵਿੱਚ ਆ ਕੇ ਕਿੰਨਾ ਕੁਝ ਆਖ ਗਈ। ਤੇਰੇ ਵਰਗੀ ਬੇਹਿਆ ਕੁੜੀ ਤਾਂ ਮੈਂ ਜ਼ਿੰਦਗੀ ਵਿੱਚ ਨਹੀਂ ਦੇਖੀ, ਜਿਸ ਨੂੰ ਨਾ ਲੋਕ ਲਾਜ ਦਾ ਡਰ ਤੇ ਨਾ ਧਰਮ ਦੀ ਪਰਵਾਹ ਹੈ। ਮੋਹਨ ਦੀ ਮਾਂ ਖਿੱਝ ਕੇ ਬੋਲੀ, ਮੈਂ ਬੇਹਿਆ ਹੀ ਸਹੀ, ਪਰ ਹਿਆ ਵਾਲੀ ਰਹਿ ਸਾਰੀ ਜ਼ਿੰਦਗੀ ਜੇ ਤੜਪ ਕੇ ਵਿਲਕ ਗੁਜ਼ਾਰ ਦਿੰਦੀ ਤਾਂ ਲੋਕ ਮੈਨੂੰ ਤਗਮਾ ਦੇ ਦੇਣਗੇ। ਤੁਸੀਂ ਲੋਕ ਮੇਰੀ ਕੁਰਬਾਨੀ ਦਾ ਪੱਟਾ ਲਿਖ ਦਿਓਗੇ। ਇਸ ਤਰ੍ਹਾਂ ਤਾਂ ਕੋਈ ਬਾਜ਼ਾਰੀ ਔਰਤ ਵੀ ਨਹੀਂ ਕਰਦੀ। ਮਾਨ ਮਰਿਆਦਾ ਵੀ ਤਾਂ ਕੋਈ ਚੀਜ਼ ਹੁੰਦੀ ਹੈ। ਮੋਹਨ ਦੀ ਮਾਂ ਗਿਲਾਨੀ ਨਾਲ ਬੋਲੀ। ਹਾਂ, ਜੇ ਮੈਂ ਆਪਣੀ ਆਤਮਾ ਦੀ ਆਵਾਜ਼ ਭੁੱਲ ਜਿਹਦੇ ਹੱਥ ਰੱਸਾ ਫੜਾਇਆ ਜਾਵਾਂ, ਉਸਦੇ ਪਿੱਛੇ ਤੁਰ ਜਾਵਾਂ, ਰੋਟੀ ਕੱਪੜੇ ਦੀ ਜ਼ਿੰਮੇਵਾਰੀ ਲੈਣ ਵਾਲੇ ਨੂੰ ਖੁਸ਼ ਕਰਨ ਲਈ ਆਪਣਾ ਆਪ ਸੌਂਪ ਦੇਵਾਂ, ਤਾਂ ਉਹ ਮਾਨ ਮਰਿਆਦਾ ਦੀ ਗੱਲ ਹੋਵੇਗੀ। ਚੁੱਪਚਾਪ ਅਣਜਾਣੇ ਅਣਚਾਹੇ ਮਰਦ ਦੀਆਂ ਭੁੱਖਾਂ ਦਾ ਸ਼ਿਕਾਰ ਬਣ ਬੱਚੇ ਜੰਮੀ ਜਾਣਾ ਹੀ ਤਾਂ ਮਾਨ ਮਰਿਆਦਾ ਹੈ। ਪਰ ਜਿਹੜਾ ਸਦੀਵੀ ਸਾਂਝਾ ਵਾਲਾ ਹੈ, ਉਹਦੇ ਨਾਲ 2 ਪਲ ਬੈਠਣਾ ਵੀ ਤੁਹਾਨੂੰ ਗੁਨਾਹ ਲੱਗਦਾ ਹੈ? ਅਜਿਹਾ ਕਰਨ ਵਾਲੀ ਕੁੜੀ ਬਾਜ਼ਾਰੀ ਲੱਗਦੀ ਹੈ? ਪਰ ਮੈਂ ਪੁੱਛਦੀ ਹਾਂ, ਬਾਜ਼ਾਰੀ ਮੈਂ ਹਾਂ ਜਾਂ ਤੁਹਾਡਾ ਦ੍ਰਿਸ਼ਟੀਕੋਣ ਬਾਜ਼ਾਰੀ ਹੈ ਜੋ ਜ਼ਿੰਦਗੀ ਨੂੰ ਪੈਸਿਆਂ ਨਾਲ ਤੋਲਦਾ ਹੈ? ਬਲਜੀਤ ਕਾਲੀ ਵਿੱਚ ਕਿੰਨਾ ਕੁਝ ਆਖ ਗਈ। ਬਾਲੀ ਜ਼ੁਬਾਨ ਨਾ ਮਾਰ, ਮੇਰਾ ਪਤੀ ਮੇਰੇ ਹਵਾਲੇ ਕਰ ਦੇ, ਨਹੀਂ ਤਾਂ ਕੀ? ਫਿਰ ਆਪਣੇ ਪਿਓ ਦੇ ਪੈਸੇ ਦੇ ਸਿਰ 'ਤੇ ਉਹਨੂੰ ਮੇਰੇ ਕੋਲੋਂ ਖੋਹ ਲੈਂਗੀ? ਪਰ ਮੈਂ ਵੀ ਰੋ ਕੇ ਚੁੱਪ ਕਰ ਜਾਣ ਵਾਲੀ ਨਹੀਂ ਹਾਂ। ਸ਼ਰਮ ਨਹੀਂ ਆਉਂਦੀ? ਉਹ ਆਖਦੇ ਬੇਹਿਆ। ਮੋਹਨ ਦੀ ਮਾਂ ਵਿੱਚੋਂ ਗੱਲ ਟੋਕ ਕੇ ਬੋਲੀ, ਬੇਸ਼ਰਮ ਬਣਨ ਲਈ ਤੂੰ ਹੀ ਮਜਬੂਰ ਕੀਤਾ ਹੈ ਕਿ ਤੈਨੂੰ ਪਤਾ ਨਹੀਂ ਸੀ ਕਿ ਉਹ ਮੇਰੇ ਨਾਲ ਵਿਆਹ ਕਰਨਾ ਚਾਹੁੰਦਾ ਹੈ? ਫਿਰ ਮੇਰੇ ਬਾਹਰ ਗਿਆ, ਵਿਆਹ ਕਿਉਂ ਕਰਨ ਦੀ ਕੀਤੀ? ਉਹਨੂੰ ਵਿਆਹ ਲਈ ਮਜਬੂਰ ਕਰਨ ਵੇਲੇ ਮਰਨ ਦੀ ਧਮਕੀ ਦਿੰਦਿਆਂ ਤੈਨੂੰ ਸ਼ਰਮ ਨਾ ਆਈ? ਬਲਜੀਤ ਤੋਂ ਆਪਣਾ ਰੋਸ ਸੰਭਾਲਿਆ ਨਹੀਂ ਸੀ ਜਾਂਦਾ। ਉਹ ਮੇਰਾ ਪੁੱਤਰ ਹੈ, ਜੋ ਮਰਜ਼ੀ ਕਰਦੀ, ਤੈਨੂੰ ਕੀ? ਹਾਂ, ਪੁੱਤਰ ਹੈ, ਇਸੇ ਕਰਕੇ ਉਹਦੇ ਦਿਲ ਨੂੰ ਦਿਖਾਇਆ। ਪੁੱਤਰ ਹੈ, ਇਸੇ ਕਰਕੇ ਸ਼ਰਾਬ ਦੇ ਪਾਸੇ ਧਕੇਲ ਦਿੱਤਾ। ਪੁੱਤਰ ਹੈ, ਤਦ ਹੀ ਲੜ ਘਰੋਂ ਨਿਕਲ ਜਾਣ ਲਈ ਮਜਬੂਰ ਕੀਤਾ। ਤੈਨੂੰ ਇਸ ਨਾਲ ਕੀ? ਜੇ ਮੈਨੂੰ ਇਸ ਨਾਲ ਕੁਝ ਨਹੀਂ ਤਾਂ ਮੇਰੇ ਘਰ ਕਿਉਂ ਆਈਆਂ ਹੋ? ਮੈਂ ਆਪਣੇ ਪਤੀ ਨੂੰ ਲੈਣ ਆਈ ਹਾਂ। ਭਲੀ ਮਾਨਸੀ ਨਾਲ ਤੋਰ ਦੇ, ਨਹੀਂ ਤਾਂ ਕੀ ਪੁਲਿਸ ਨੂੰ ਲੈ ਆਵੇਂਗੀ? ਜਾਂ ਲੈ ਆ, ਮੈਂ ਆਖ ਦਿਆਂਗੀ ਮੇਰਾ ਦੋਸਤ ਹੈ, ਮੇਰੇ ਕੋਲ ਠਹਿਰਿਆ ਹੋਇਆ ਹੈ। ਕਾਨੂੰਨੀ ਤੌਰ 'ਤੇ ਜੇ ਇਹਦੇ ਨਾਲ ਵਿਆਹ ਨਹੀਂ ਕਰ ਸਕਦੀ ਤਾਂ ਨਾ ਸਹੀ, ਉਂਝ ਤਾਂ ਉਹ ਮੇਰਾ ਹੈ ਸਾਰੇ ਦਾ ਸਾਰਾ। ਤੂੰ ਤਾਂ ਕੀ ਖੁਦਾ ਵੀ ਹੁਣ ਇੱਥੋਂ ਨਹੀਂ ਲੈ ਜਾ ਸਕਦਾ? ਬਲਜੀਤ ਨੇ ਡਟ ਕੇ ਆਖਿਆ। ਮੈਂ ਲੋਕਾਂ ਨੂੰ ਇਕੱਠੇ ਕਰ ਲਿਆਉਂ, ਦੇਖੀ ਫਿਰ ਜਦ ਤੇਰੇ ਸਿਰ ਖੇ ਪਾਉਣਗੇ। ਮੋਹਨ ਦੀ ਮਾਂ ਤਿਊੜੀਆਂ ਪਾ ਕੇ ਬੋਲੀ, ਮੈਂ ਲੋਕਾਂ ਦਾ ਦਿੱਤਾ ਨਹੀਂ ਖਾਂਦੀ ਜੋ ਡਰ ਜਾਵਾਂਗੀ। ਵੱਧ ਤੋਂ ਵੱਧ ਨੌਕਰੀ ਹੀ ਛੁੱਟ ਜਾਵੇਗੀ, ਪਰ ਡਾਕਟਰਾਂ ਨੂੰ ਕਮਾਈ ਦਾ ਘਾਟਾ ਨਹੀਂ ਹੁੰਦਾ। ਲੋਕਾਂ ਦਾ ਕੀ ਹੈ? ਜਦੋਂ ਮੈਂ ਪਰਵਾਹ ਨਹੀਂ ਕਰਾਂਗੀ ਆਪੇ 4 ਦਿਨ ਬਕਵਾਸ ਕਰਕੇ ਹਟ ਜਾਣਗੇ। ਪਰ ਇਸ ਨਿਰਦੋਸ਼ ਨੇ ਤੇਰਾ ਕੀ ਵਿਗਾੜਿਆ ਹੈ? ਇਸ ਬਗਾਨੀ ਧੀ ਦਾ ਕੀ ਬਣੂ? ਮੋਹਨ ਦੀ ਮਾਂ ਆਪਣੀ ਨਹੁੰ ਵਾਲੇ ਇਸ਼ਾਰਾ ਕਰਕੇ ਬੋਲੀ। ਜਦੋਂ ਵਿਆਹ ਕਰਨ ਲੱਗੀ ਸੀ ਉਦੋਂ ਕਿਉਂ ਨਾ ਸੋਚਿਆ ਕਿ ਮੇਰਾ ਕੀ ਬਣੇਗਾ? ਮੈਂ ਵੀ ਤਾਂ ਇਸ ਵਾਂਗੂ ਕਿਸੇ ਦੀ ਧੀ ਹਾਂ। ਇਸ ਲਈ ਸੱਦ ਪੁੱਛ ਕੇ ਕਿ ਇਹ ਅਮੀਰ ਪਿਓ ਦੀ ਧੀ ਹੈ। ਮੈਂ ਤਾਂ ਚਾਹੁੰਦੀ ਹਾਂ ਇਹ ਦੁਖੀ ਹੋਵੇ,
ਚੀਖੇ ਚਲਾਵੇ ਤਾਂ ਜੋ ਅਮੀਰਾਂ ਨੂੰ ਪਤਾ ਲੱਗੇ ਕਿ ਉਹ ਪੈਸੇ ਨਾਲ ਗਰੀਬਾਂ ਦਾ ਸਭ ਕੁਝ ਨਹੀਂ ਖੋ ਸਕਦੇ। ਬਲਜੀਤ ਨੇ ਕਾਟਵੀਂ ਆਵਾਜ਼ ਵਿੱਚ ਆਖਿਆ। ਜਰਾ ਤਾਂ ਸੋਚ ਦੁਨੀਆ ਕੀ ਕਹੇਗੀ। ਨਿਰਾ ਬੋਲ ਕੇ ਤਾਂ ਸਿਆਣੇ ਨਹੀਂ ਬਣ ਜਾਈਦਾ ਹੁੰਦਾ। ਮੋਹਨ ਦੀ ਮਾਂ ਬੋਲੀ। ਦੁਨੀਆ ਡਰਦਿਆਂ ਨੂੰ ਡਰਾਉਂਦੀ ਹੈ, ਜਿਹੜਾ ਚੁੱਪ ਕਰ ਰਹੇ ਉਹਦਾ ਸਭ ਕੁਝ ਖੋਹ ਲੈਂਦੀ ਹੈ। ਪਤਾ ਨਹੀਂ ਕਿੰਨੀਆਂ ਕੁ ਗਰੀਬਣੀਆਂ ਸਿਸਕਦੀਆਂ ਮਰ ਗਈਆਂ। ਦੁਨੀਆ ਨੇ ਕੀ ਉਹਨਾਂ ਨੂੰ ਜਗੀਰਾਂ ਬਖਸ਼ ਦਿੱਤੀਆਂ ਜੋ ਮੈਨੂੰ ਨਹੀਂ ਦੇਵੇਗੀ। ਬਲਜੀਤ ਨੇ ਰੋਹ ਨਾਲ ਆਖਿਆ। ਰੱਬ ਦਾ ਖੌਫ ਕਰ, ਤੂੰ ਨਾ ਕਿਸੇ ਨੂੰ ਤਪਾ। ਮੋਹਨ ਦੀ ਮਾਂ ਬੋਲੀ। ਰੱਬ ਦਾ ਤੂੰ ਖੌਫ ਕੀਤਾ ਸੀ ਜਦੋਂ ਸਾਡੇ ਘਰ ਤੂੰ ਅੱਗ ਲਗਵਾ ਦਿੱਤੀ ਸੀ, ਜਦੋਂ ਮੇਰੇ ਪਿਓ ਨੂੰ ਬਦਮਾਸ਼ਾਂ ਤੋਂ ਕਟਵਾਇਆ ਸੀ, ਤੇ ਜਦੋਂ ਖੇਤਾਂ ਵਿੱਚੋਂ ਹੀ ਰਾਤੋਂ ਰਾਤ ਸਾਡੇ ਦਾਣੇ ਢੁਆ ਕੇ ਆਪਣੇ ਅੰਦਰ ਸੁਟਵਾ ਲਏ ਸੀ। ਇਸ ਕਰਕੇ ਕਿ ਪਿੰਡ ਵਿੱਚ ਤੁਹਾਡੀ ਚੌਧਰ ਸੀ, ਇਸ ਕਰਕੇ ਕਿ ਤੇਰੇ ਪੁੱਤਰ ਨੂੰ ਮੈਂ ਚੰਗੀ ਲੱਗਦੀ ਸਾਂ, ਤੇ ਗਰੀਬ ਪਿਓ ਦੀ ਧੀ ਹੋਣ ਕਰਕੇ ਤੈਨੂੰ ਇਹ ਚੰਗਾ ਨਹੀਂ ਸੀ ਲੱਗਦਾ। ਅੱਜ ਤੂੰ ਮੇਰੇ ਸ਼ਹਿਰ ਮੇਰੇ ਘਰ ਆਈ ਹੋਈ ਹੈ, ਜੇ 2 ਥੱਪੜ ਜੜਦਿਆਂ ਮਜ਼ਾ ਆ ਜਾਏ ਨਾ, ਪਰ ਨਹੀਂ, ਮੈਂ ਤੇਰੇ ਜਿੰਨੀ ਕਮੀਨੀ ਨਹੀਂ। ਫਿਰ ਵੀ ਤੂੰ ਉਸੇ ਦੀ ਮਾਂ ਹੈ ਜਿਸ ਨੂੰ ਮੈਂ ਚਾਹਿਆ ਹੈ। ਧੀਏ ਐਡਾ ਹਰਖ ਨਾ ਕਰ, ਮੈਂ ਤੇਰੀ ਮਾਵਾਂ ਵਰਗੀ ਹਾਂ। ਦੇਖ ਤੇਰੀ ਪੈਰੀ ਝੋਨਾ ਧਰਦੀ ਹਾਂ। ਦੇਖ ਮੇਰੇ ਧੌਲਿਆਂ ਦੀ ਲਾਜ ਰੱਖ ਲੈ। ਮੋਹਨ ਦੀ ਮਾਂ ਗਿੜਗੜਾ ਕੇ ਬੋਲੀ। ਮੈਂ ਇਹ ਸਭ ਪਖੰਡ ਸਮਝਦੀ ਹਾਂ। ਮੈਨੂੰ ਬਰਬਾਦ ਕਰਦਿਆਂ ਤੂੰ ਜਰਾ ਵੀ ਸੋਚਿਆ ਸੀ ਕਿ ਮੇਰਾ ਕੀ ਬਣੇਗਾ? ਉਹਦੀ ਪਰਵਾਹ ਕੀਤੀ ਸੀ ਜਿਸ ਨੇ ਤੇਰੇ ਪੈਰਾਂ 'ਤੇ ਡਿੱਗ ਕੇ ਆਖਿਆ ਸੀ ਕਿ ਮਾਂ ਭਾਵੇਂ ਜਾਨੋਂ ਮਾਰ ਦੇ ਪਰ ਹੋਰ ਥਾਂ ਵਿਆਹ ਨਾ ਕਰ। ਉਦੋਂ ਤਾਂ ਆਖਰੀ ਸੀ ਕਿ ਮੇਰੇ ਆਖੇ ਵਿਆਹ ਕਰ ਲੈ, ਨਹੀਂ ਤਾਂ ਮੈਂ ਖੂਹ ਵਿੱਚ ਛਾਲ ਮਾਰ ਦੇਵਾਂਗੀ। ਹੁਣ ਵੀ ਉਹੀ ਹੈ ਨਾ, ਜਾਂ ਚਲੀ ਜਾ ਇੱਥੋਂ, ਵਾਧੂ ਮੈਨੂੰ ਹਰਖ ਨਾ ਚੜਾ। ਬਲਜੀਤ ਰੋਹ ਨਾਲ ਬੋਲੀ। ਇੰਨੇ ਨੂੰ ਮੋਹਨ ਦੀ ਪਤਨੀ ਨੇ ਉੱਠ ਕੇ ਉਹਦੇ ਪੈਰ ਫੜ ਲਏ ਤੇ ਆਖਣ ਲੱਗੀ, ਤੂੰ ਔਰਤ ਹੈ, ਔਰਤ ਦੇ ਦੁੱਖ ਨੂੰ ਸਮਝਦੀ ਹੈ। ਮੈਂ ਵੀ ਉਹਨਾਂ ਨੂੰ ਹੀ ਪਿਆਰ ਕਰਦੀ ਹਾਂ ਜਿਨ੍ਹਾਂ ਨੂੰ ਤੂੰ ਕਰਦੀ ਹੈ। ਤੂੰ ਦਿਲ ਵਾਲੀ ਕੁੜੀ ਹੈ, ਜ਼ਿੰਦਗੀ ਨਵੇਂ ਸਿਰਿਓਂ ਸ਼ੁਰੂ ਕਰ ਲਵੀਂ। ਕੁਆਰੀ ਹੈ, ਬਥੇਰੇ ਚੰਗੇ ਬੰਦੇ ਟੱਕਰ ਜਾਣਗੇ, ਪਰ ਮੈਂ ਤਾਂ ਹੁਣ ਕਿਸੇ ਪਾਸੇ ਜੋਗੀ ਵੀ ਨਹੀਂ। ਮੈਂ ਵਾਸਤਾ ਪਾਉਂਦੀ ਹਾਂ, ਮੇਰਾ ਪਤੀ ਮੈਨੂੰ ਮੋੜ ਦੇ। ਬਲਜੀਤ ਦੇ ਮੱਥੇ 'ਤੇ ਤਰੇਲੀ ਆ ਗਈ। ਉਹਨੇ ਮੋਹਨ ਦੀ ਪਤਨੀ ਦੀਆਂ ਭਰੀਆਂ ਅੱਖਾਂ ਵੱਲ ਤੱਕਿਆ ਤੇ ਫਿਰ ਜਿਵੇਂ ਉਸਨੇ ਉਸ ਤੋਂ ਖਲੋਤਾ ਨਾ ਗਿਆ, ਉਹ ਘਬਰਾ ਕੇ ਅੰਦਰ ਨੂੰ ਦੌੜ ਪਈ। ਦੂਰੋਂ ਬਗੀਚੀ ਵੱਲੋਂ ਮੋਹਨ ਆ ਰਿਹਾ ਸੀ। ਉਹ ਉਸਨੂੰ ਚੰਬੜ ਕੇ ਭੁੱਬਾ ਮਾਰ ਕੇ ਰੋ ਪਈ। ਕੀ ਗੱਲ ਹੈ ਬੱਲੀ? ਉਹ ਉਹਦੇ ਵਾਲ ਸੰਵਾਰਦਾ ਬੋਲਿਆ। ਉਹ ਤੁਹਾਨੂੰ ਲੈਣ ਆਈਆਂ ਨੇ, ਹੌਕਿਆਂ ਵਿੱਚੋਂ ਉਸਨੇ ਦੱਸਿਆ। ਨਹੀਂ, ਮੈਂ ਨਹੀਂ ਜਾਵਾਂਗਾ, ਤੂੰ ਡਰ ਨਾ, ਉਹ ਉਹਨੂੰ ਪਿਆਰ ਦਿੰਦਾ ਬੋਲਿਆ। ਪਿੱਛੇ ਹੀ ਮੋਹਨ ਦੀ ਮਾਂ ਤੇ ਪਤਨੀ ਵੀ ਆ ਗਈਆਂ। ਮੋਹਨ ਉਹਨਾਂ ਨੂੰ ਝਿੜਕ ਕੇ ਪਿਆ। ਮਾਂ ਤਾਂ ਚੁੱਪਚਾਪ ਕਰਕੇ ਖਲੋ ਗਈ। ਪਤਨੀ ਨੇ ਫਿਰ ਬਲਜੀਤ ਦੇ ਪੈਰ ਫੜ ਕੇ ਵਾਸਤਾ ਪਾਇਆ। ਬਲਜੀਤ ਝੁੰਝਲਾ ਕੇ ਅੰਦਰ ਚਲੀ ਗਈ। ਥੋੜੇ ਚਿਰ ਮਗਰੋਂ ਫਿਰ ਬਾਹਰ ਆ ਗਈ, ਜਿਵੇਂ ਕਿਧਰੇ ਵੀ ਉਸਨੂੰ ਚੈਨ ਨਾ ਆ ਰਹੀ ਹੋਵੇ। ਇੱਕ ਕੋਟ ਦੀ ਜੇਬ ਵਿੱਚ ਹੱਥ ਪਾਉਂਦਿਆਂ ਉਹਨੂੰ ਖਿਆਲ ਆਇਆ ਕਿ ਉਹ ਮੋਹਨ ਨੂੰ ਮਾਰ ਦੇਵੇ। ਜੇ ਉਹ ਉਹਦੇ ਕੋਲ ਨਹੀਂ ਰਹਿ ਸਕਦਾ ਤਾਂ ਕਿਸੇ ਹੋਰ ਕੋਲ ਵੀ ਨਾ ਕਿਉਂ ਰਹੇ। ਉਸਦੀਆਂ ਅੱਖਾਂ ਅੱਗੇ ਹਨੇਰਾ ਛਾਣ ਲੱਗਾ। ਮੋਹਨ ਤੋਂ ਰੋਂਦੀ ਪਤਨੀ ਦੇ ਵਾਸਤੇ ਤੇ ਮਾਂ ਦੇ ਹਾੜੇ ਤੱਕੇ ਨਾ ਗਏ। ਉਸਨੇ ਬਲਜੀਤ ਵੱਲ ਤੱਕਿਆ। ਬਲਜੀਤ ਦੇ ਨਕਸ਼ਾਂ 'ਤੇ ਜਿਵੇਂ ਇੱਕ ਪੀੜ ਪਸਰ ਗਈ। ਉਹਨੂੰ ਲੱਗਾ ਕਿ ਉਹ ਡੂੰਘੇ ਪਾਣੀਆਂ ਵਿੱਚ ਡੁੱਬਦੀ ਜਾਂਦੀ ਹੈ। ਇੱਕ ਹਾਰ ਉਹਦੇ ਚਿਹਰੇ 'ਤੇ ਬਿਖਰ ਗਈ। ਤੁਸੀਂ ਚਲੇ ਜਾਓ ਮੋਹਨ, ਆਖਰ ਤਾਂ ਤੁਸੀਂ ਇਹਨਾਂ ਦੇ ਹੀ ਹੋ। ਮੈਂ ਉਂਝ ਹੀ ਜਿੱਦ ਕੀਤੀ ਸੀ। ਅਜੇ ਤਾਂ ਸੰਸਕਾਰਾਂ ਦੀ ਪਕੜ ਬੜੀ ਮਜ਼ਬੂਤ ਹੈ। ਅਜੇ ਤਾਂ ਪ੍ਰੇਮ ਇੱਕ ਕੱਚਾ ਧਾਗਾ ਹੈ। ਬਲਜੀਤ ਜਿਵੇਂ ਸੁਪਨੇ ਵਿੱਚ ਬੋਲ ਰਹੀ ਹੋਵੇ। ਇੱਕ ਬਾਂਹ ਉਹਦੀ ਪਤਨੀ ਨੇ ਫੜ ਲਈ ਤੇ ਦੂਜੀ ਮਾਂ ਨੇ। ਸੰਸਕਾਰਾਂ ਦੀ ਇਸ ਮਜ਼ਬੂਤ ਪਕੜ ਵਿੱਚ ਕੱਸਿਆ ਵੀ ਉਹਦਾ ਦਿਲ ਆਪਣੇ ਪਿਆਰ ਦੇ ਟੁੱਟੇ ਧਾਗੇ ਵੱਲ ਉਛਾਲੇ ਖਾ ਰਿਹਾ ਸੀ। ਠੀਕ ਹੈ ਜੀ, ਇੰਨੀ ਕਹਾਣੀ ਸੀ ਸਾਡੀ। ਤਾਂ ਠੀਕ ਹੈ ਜੀ, ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਚੰਗਾ ਲੱਗੇ ਤਾਂ ਲਾਈਕ ਔਰ ਸ਼ੇਅਰ ਔਰ ਕਮੈਂਟ ਜ਼ਰੂਰ ਕਰਨਾ।